सतनाम वाहिगुरु साहिब जी। बहुत जन्म बिछड़े थे माधो, एह जन्म तुम्हारे लिखे। कह रविदास आस लग जीवो, चिर पयो दर्शन देखे। हों आया दूरों चल के, मैं तकी तो शरणाई जियो। मैं आशा रखी चित में है, मेरा सबो दुख गवाए जियो। हाजरा हजूर जाहिरा जहूर, कलजुग के बोहित नाम के जहाज। हालत पलद रक्षक, लोक परलोक के सहायक। हाजर नाजर कुल कायनात दे मालक, धन धन साहिब श्री गुरु ग्रंथ ਸਾਹਿਬ जी महाराज। सारी दुनिया ਨੂੰ ਸਾਂਝਾ ਉਪਦੇਸ਼ ਦੇਣ ਵਾਲੇ ਪਾਤਸ਼ਾਹ, ਜਿਹਦੀ ਗੋਦ ਦਾ ਆਨੰਦ ਮਾਣ ਰਹੀ ਸਾਧ ਸੰਗਤ ਜੀਓ। ਆਪ ਸਭ ਧੰਨਤਾ ਦੇ ਪਾਤਰ ਹੋ, ਜੋ ਐਸੇ ਸਮੇਂ ਵਿੱਚ ਮਾਲਕ ਨੇ ਆਪ ਜੀ ਦੀ ਬਾਹ ਫੜੀ ਹੋਈ ਹੈ, ਆਪ ਨੂੰ ਗੁਰੂ ਚਰਨਾਂ ਨਾਲ ਜੋੜਿਆ ਹੋਇਆ ਹੈ ਤੇ ਗੁਰੂ ਘਰ ਦੇ ਹਾਜੀਆਂ ਮਰਮਾਂ ਭਰਨ ਦਾ ਸਮਾਂ ਬਖਸ਼ਿਆ ਹੈ। ਸੋ ਕਥਾ ਵਿਚਾਰਾ ਆਰੰਭ ਕਰਨ ਤੋਂ ਪਹਿਲਾਂ ਦਸਮ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਬਖਸ਼ੀ ਹੋਈ ਫਤਿਹ ਨੂੰ ਗਜਾਉਣਾ ਕਰੀਏ ਜੀ। ਦੋਵੇਂ ਹੱਥ ਜੋੜ ਕੇ ਬੁਲਾਓ ਫਤਿਹ ਜੀ। ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਜਿਸ ਸ਼੍ਰੋਮਣੀ ਭਗਤ ਰਵਿਦਾਸ ਮਹਾਰਾਜ ਜੀ ਦੀ ਪ੍ਰਕਾਸ਼ ਦਿਹਾੜੇ ਨੂੰ ਮੁੱਖ ਰੱਖਦੇ ਹੋਏ ਅਸੀਂ ਗੁਰੂ ਘਰ ਵਿੱਚ ਆਏ ਹਾਂ। ਦੀਵਾਨ ਸਜਿਆ ਹੈ, ਸੁਖਮਨੀ ਸਾਹਿਬ ਜੀ ਦੇ ਪਾਠ ਹੋਏ ਹਨ, ਉਪਰੰਤ ਕੀਰਤਨ ਹੋਇਆ ਹੈ। ਵੀਰ ਜੀ ਨੇ ਸ਼ਬਦ ਪੜਿਆ ਹੈ, ਬਹੁਤ ਜਨਮ ਵਿਛੜੇ ਥੇ ਮਾਧੋ, ਇਹ ਜਨਮ ਤੁਮਾਰੇ ਲੇਖੇ। ਕਹਿ ਰਵਿਦਾਸ ਆਸ ਲਗ ਜੀਵੋ, ਚਿਰ ਭਇਓ ਦਰਸ਼ਨ ਦੇਖੇ। ਭਗਤ ਰਵਿਦਾਸ ਜੀ ਆਖਦੇ ਹਨ ਕਿ ਪਤਾ ਹੀ ਨਹੀਂ ਕਿ ਕਿੰਨੇ ਜਨਮਾਂ ਤੋਂ ਅਸੀਂ ਤੇਰੇ ਤੋਂ ਵਿਛੜੇ ਹੋਏ ਹਾਂ, ਤੇ ਸਾਨੂੰ ਮਨੁੱਖਾ ਦੇਹੀ ਬਖਸ਼ੀ ਹੈ, ਤੇ ਇਸ ਤੋਂ ਉੱਤਮ ਸਾਨੂੰ ਐਸੀ ਮੱਤ ਬਖਸ਼ੀ ਹੈ ਕਿ ਸਾਨੂੰ ਆਪਣੇ ਚਾਨਾਂ ਨਾਲ ਜੋੜਿਆ ਹੈ, ਕਿ ਸਾਨੂੰ ਇਹ ਸਮਝ ਬਖਸ਼ੀ ਹੈ ਕਿ ਪਤਾ ਹੀ ਨਹੀਂ ਅਸੀਂ ਕਦੋਂ ਦੇ ਸਿਰਾਹੇ ਭਟਕੇ ਹੋਏ ਹਾਂ। ਬੜੀ ਹੀ ਦੁਨੀਆ ਹੈ ਜਿਹੜੀ ਅੱਜ ਤੱਕ ਗੁਰੂ ਘਰ ਵਿੱਚ ਹੀ ਨਹੀਂ ਆਈ, ਜਿਨ੍ਹਾਂ ਨੇ ਗੁਰੂ ਘਰ ਵਿੱਚ ਆ ਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਸ਼ਬਦ ਹੀ ਨਹੀਂ ਪੜ੍ਹਿਆ, ਜਿਨ੍ਹਾਂ ਦੇ ਕੰਨੇ ਬਾਣੀ ਹੀ ਨਹੀਂ ਪਈ, ਤੇ ਹੋਰ ਹੀ ਉਹ ਸੰਸਾਰਕ ਕੰਮਾਂ ਕਾਰਾਂ ਵਿੱਚ ਆਪਣਾ ਜੀਵਨ ਖਚਿਤ ਕਰਦੇ ਹੀ ਰਹਿ ਗਏ। ਕਿ ਬਾਣੀ ਆਖਦੀ ਹੈ ਕਿ ਅਵਰ ਕਾਜ ਤੇਰਾ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਕਿ ਹੋਰ ਜੋ ਵੀ ਤੂੰ ਕਾਰਜ ਕਰਦਾ ਹੈ ਉਹਨਾਂ ਵਿੱਚੋਂ ਕੋਈ ਵੀ ਤੇਰੇ ਕੰਮ ਨਹੀਂ ਆਉਣਾ, ਜੇ ਤੂੰ ਸਾਧ ਸੰਗਤ ਵਿੱਚ ਆ ਕੇ ਉਸ ਪ੍ਰਮਾਤਮਾ ਦਾ ਨਾਮ ਨਹੀਂ ਜਪਿਆ। ਸਮਾਂ ਬਣਿਆ, ਭਗਤ ਰਵਿਦਾਸ ਜੀ ਦਾ ਦੀਵਾਨ ਸਜਿਆ ਹੋਇਆ ਸੀ। ਘਰ ਵਿੱਚ ਬਹੁਤ ਸੰਗਤ ਆਉਂਦੀ ਸੀ ਉਹਨਾਂ ਦੇ, ਤੇ ਉੱਥੇ ਕੋਲ ਦੀ ਇੱਕ ਦੋਧੀ ਲੰਘ ਰਿਹਾ ਸੀ, ਦੁੱਧ ਪਾਉਣ ਵਾਲਾ। ਜਦੋਂ ਉਸ ਕੋਲ ਦੀ ਲੰਘ ਰਿਹਾ ਸੀ ਤੇ ਉਸਨੇ ਆਵਾਜ਼ ਸੁਣੀ, ਤੇ ਗੁਰੂ ਪਾਤਸ਼ਾਹ ਸ਼ਬਦ ਉਚਾਰਨ ਕਰ ਰਹੇ ਸਨ ਕਿ ਬਹੁਤ ਜਨਮ ਵਿਛੜੇ ਥੇ ਮਾਧੋ, ਇਹ ਜਨਮ ਤੁਮਾਰੇ ਲਿਖੇ। ਕਹਿ ਰਵਿਦਾਸ ਆਸ ਲਗ ਜੀਵੋ, ਚਿਰ ਭਇਓ ਦਰਸ਼ਨ ਦੇਖੇ। ਜਦ ਉਸਨੇ ਆਵਾਜ਼ ਸੁਣੀ ਤੇ ਉਸਦੇ ਮਨ ਵਿੱਚ ਆਇਆ ਕਿ ਅਸੀਂ ਵੀ ਜਨਮ ਬਤੀਤ ਕਰ ਰਹੇ ਹਾਂ, ਕਿ ਉਹ ਵੀ ਕਿਹੜੇ ਐਸੇ ਕੰਮ ਦੀ ਗੱਲ ਕਰ ਰਿਹਾ ਹੈ, ਵੀ ਕਿਹੜਾ ਐਸਾ ਕਾਰਜ ਹੈ ਜਿਸ ਨੂੰ ਬਹੁਤ ਜਨਮ ਲੰਘ ਗਏ ਕਿ ਹਜੇ ਤੱਕ ਹੋਇਆ ਹੀ ਨਹੀਂ। ਤੇ ਉਸਦੇ ਮਨ ਵਿੱਚ ਆਇਆ ਕਿ ਮੈਂ ਵੀ ਜਾ ਕੇ ਸੰਗਤ ਵਿੱਚ ਬੈਠਾਂ, ਸੁਣਾ ਜਾ ਕੇ।
ਉਹ ਦੋਧੀ ਵੀ ਭਗਤ ਰਵਿਦਾਸ ਜੀ ਦੇ ਘਰ ਗਿਆ ਤਾਂ ਦੇਖਿਆ ਕਿ ਬਹੁਤ ਸੰਗਤ ਬੈਠੀ ਹੈ ਤੇ ਕੋਈ ਆ ਕੇ ਪੁੱਤ ਦੀ ਦਾਤ ਮੰਗ ਰਹੀ ਹੈ ਤੇ ਕੋਈ ਕਿਸੇ ਦੀ ਦਾਤ ਮੰਗ ਰਹੀ ਹੈ। ਤੇ ਜਦ ਉਸਨੇ ਕੁਝ ਦਿਨ ਡੇਲੀ ਉਹ ਹਰ ਰੋਜ਼ ਆ ਕੇ ਦੀਵਾਨ ਵਿੱਚ ਬੈਠਣ ਲੱਗ ਗਿਆ, ਹਾਜ਼ਰੀ ਲਵਾਉਣ ਲੱਗ ਗਿਆ, ਤਾਂ ਹਾਜ਼ਰੀ ਲਵਾਉਂਦੇ ਲਵਾਉਂਦੇ ਤਾਂ ਉਸਨੂੰ ਇਹ ਸਮਝ ਪਈ ਕਿ ਸੰਸਾਰ ਵਿੱਚ ਅਗਰ ਸਭ ਤੋਂ ਉੱਤਮ ਵਸਤੂ ਹੈ ਉਹ ਕੇਵਲ ਉਸ ਪ੍ਰਮਾਤਮਾ ਦਾ ਨਾਮ ਹੈ। ਉਸਨੂੰ ਇਹ ਗੱਲ ਦੀ ਸਮਝ ਹੋ ਗਈ ਕਿ ਸਾਨੂੰ ਜਿੰਨੇ ਵੀ ਦੁੱਖ ਲੱਗੇ ਹਨ ਇਹ ਦੁੱਖਾਂ ਦਾ ਕਾਰਨ ਇੱਕੋ ਹੈ ਤੇ ਜਿਹੜੇ ਸੁੱਖ ਅਸੀਂ ਮੰਗ ਰਹੇ ਹਾਂ ਤੇ ਉਹ ਸੁੱਖਾਂ ਦਾ ਕਾਰਨ ਵੀ ਇੱਕ ਸੁੱਖ ਹੀ ਹੈ। ਤੇ ਉਸਨੂੰ ਇਹ ਸਮਝ ਆ ਗਈ ਕਿ ਜਿੰਨੇ ਵੀ ਦੁੱਖ ਲੋਕੀ ਭੋਗ ਰਹੇ ਹਨ ਉਹ ਦੁੱਖਾਂ ਦਾ ਕਾਰਨ ਉਸ ਪਰਮਾਤਮਾ ਤੋਂ ਵਿਛੋੜੇ ਦਾ ਦੁੱਖ ਹੈ ਤੇ ਜਿਹੜੇ ਸੁੱਖ ਇਹ ਮੰਗ ਰਹੇ ਹਨ ਉਹ ਸੁੱਖਾਂ ਦਾ ਮੂਲ ਰੂਪ ਜੋ ਹੈ ਉਹ ਵੀ ਪਰਮਾਤਮਾ ਦਾ ਮਿਲਾਪ ਹੀ ਹੈ। ਕਿਉਂਕਿ ਜਿਸ ਦਾ ਅੰਦਰੋਂ ਵਿਛੋੜੇ ਦਾ ਦੁੱਖ ਦੂਰ ਹੋ ਜਾਂਦਾ ਹੈ, ਜਿਸ ਦਾ ਪਰਮਾਤਮਾ ਨਾਲ ਮਿਲਾਪ ਹੋ ਜਾਂਦਾ ਹੈ, ਉਹ ਜਿੱਥੇ ਵੀ ਹੋਵੇ, ਜਿਹੋ ਜਿਹੀ ਮਰਜ਼ੀ ਅਵਸਥਾ ਵਿੱਚ ਹੋਵੇ, ਉਸ ਦਾ ਮਨ ਹਮੇਸ਼ਾ ਸਹਿਜ ਵਿੱਚ ਰਹਿੰਦਾ ਹੈ। ਤੇ ਉਹ ਦੋਧੀ ਦਾ ਵੀ ਮਨ ਕੀਤਾ ਕਿ ਮੈਂ ਵੀ ਜਾ ਕੇ ਭਗਤ ਰਵਿਦਾਸ ਜੀ ਕੋਲ ਜਾਵਾਂ ਤੇ ਆ ਕੇ ਨਾਮ ਦੀ ਦਾਤ ਮੰਗਾਂ। ਤੇ ਸਮਾਂ ਬਣਿਆ, ਉਹ ਗਿਆ, ਹੱਥ ਜੋੜ ਕੇ ਬੇਨਤੀ ਕੀਤੀ ਕਿ ਮੈਨੂੰ ਵੀ ਦਾਤ ਬਖਸ਼ੋ। ਤਾਂ ਭਗਤ ਜੀ ਨੇ ਆਖਿਆ ਕਿ ਤੈਨੂੰ ਕੀ ਚਾਹੀਦਾ ਹੈ? ਤੇ ਉਸਨੇ ਕਿਹਾ ਕਿ ਮੈਨੂੰ ਨਾਮ ਚਾਹੀਦਾ ਹੈ, ਨਾਮ ਦੀ ਦਾਤ ਚਾਹੀਦੀ ਹੈ ਕਿ ਮੇਰੇ ਅੰਦਰ ਵੀ ਉਸ ਪਰਮਾਤਮਾ ਦਾ ਨਾਮ ਵਸ ਜਾਵੇ। ਤਦ ਭਗਤ ਜੀ ਨੇ ਉਸ ਗੱਲ ਨੂੰ ਟਾਲ ਮਟੋਲ ਕਰ ਦਿੱਤਾ ਤੇ 2-3 ਦਿਨ ਏਦਾਂ ਹੀ ਹੁੰਦਾ ਰਿਹਾ। ਤੇ ਭਗਤ ਜੀ ਨੇ ਦੇਖਿਆ ਕਿ ਹੁਣ ਇਹਦਾ ਮਨ ਸੰਗਤ ਵਿੱਚ ਜੁੜਨ ਲੱਗ ਗਿਆ ਹੈ, ਪਰ ਉਸਦੇ ਕੁਝ ਐਸੇ ਕਰਮ ਕੀਤੇ ਹੋਏ ਸਨ ਕਿ ਉਸਨੂੰ ਨਾਮ ਤਾਂ ਦੇ ਦਈਏ, ਉਸਨੂੰ ਬਾਣੀ ਨਾਲ ਜੋੜ ਤਾਂ ਲਈਏ, ਪਰ ਜਿਹੜੇ ਪਹਿਲਾਂ ਵਾਲੇ ਕਰਮ ਕੀਤੇ ਹੋਏ ਹਨ ਉਹਨਾਂ ਕਾਰਨ ਉਸਦਾ ਮਨ ਠਹਿਰਾਵ ਵਿੱਚ ਨਹੀਂ ਆ ਪਾਏਗਾ। ਤਾਂ ਜਦੋਂ ਸੰਗਤ ਵਿੱਚ ਆਇਆ ਤਾਂ ਭਗਤ ਜੀ ਨੇ ਆਖਿਆ ਕਿ ਦੋਧੀ ਤੇਰੇ ਕੋਲ ਦੁੱਧ ਬੜਾ ਹੈ, ਵੀ ਸਾਨੂੰ ਦੁੱਧ ਦੀ ਜ਼ਰੂਰਤ ਹੈ, ਤੂੰ ਸਾਨੂੰ ਦੁੱਧ ਦੇ ਦੇ। ਦੋਧੀ ਦਾ ਮਨ ਬੜਾ ਖੁਸ਼ ਹੋਇਆ ਕਿ ਗੁਰੂ ਸਾਹਿਬ ਨੇ ਮੇਰੇ ਤੋਂ ਕੁਝ ਮੰਗਿਆ ਹੈ ਤੇ ਉਹ ਦੁੱਧ ਲੈ ਆਇਆ। ਤੇ ਜਦੋਂ ਦੁੱਧ ਪਾਉਣ ਲੱਗਾ ਤਾਂ ਉਸਨੇ ਭਗਤ ਜੀ ਨੂੰ ਪੁੱਛਿਆ ਕਿ ਮੈਂ ਦੁੱਧ ਕਿਸ ਵਿੱਚ ਪਾਵਾਂ। ਤਾਂ ਉੱਥੇ ਇੱਕ ਭਾਂਡਾ ਪਿਆ ਸੀ ਜੋ ਕਿ ਉਹ ਮੁੱਧਾ ਪਿਆ ਸੀ। ਤਾਂ ਉਹਨਾਂ ਨੇ ਕਿਹਾ ਕਿ ਤੂੰ ਇਸ ਵਿੱਚ ਦੁੱਧ ਪਾ ਦੇ। ਭਗਤ ਜੀ ਦੇਖ ਕੇ ਹੈਰਾਨ ਹੋਏ। ਉਹਨਾਂ ਨੇ ਕਿਹਾ ਕਿ ਇਹ ਭਾਂਡਾ ਤਾਂ ਮੁੱਧਾ ਪਿਆ ਹੈ। ਤਾਂ ਫਿਰ ਭਗਤ ਜੀ ਨੇ ਭਾਂਡਾ ਸਿੱਧਾ ਕਰ ਦਿੱਤਾ ਤੇ ਜਦੋਂ ਦੁੱਧ ਪਾਉਣ ਲੱਗਿਆ ਉਸਨੇ ਫਿਰ ਦੇਖਿਆ ਕਿ ਭਾਂਡਾ ਤਾਂ ਅੰਦਰੋਂ ਮੈਲਾ ਹੈ, ਜੇ ਮੈਂ ਦੁੱਧ ਪਾ ਦਿੱਤਾ ਜਾਏ ਤਾਂ ਇਹ ਦੁੱਧ ਖਰਾਬ ਹੋ ਜਾਵੇਗਾ। ਤਾਂ ਭਗਤ ਜੀ ਨੇ ਉਸ ਨੂੰ ਸਮਝਾਉਣਾ ਕੀਤਾ ਕਿ ਜੋ ਨਾਮ ਹੈ ਉਹ ਸਭ ਤੋਂ ਪਵਿੱਤਰ ਹੈ। ਉਸ ਹਰੀ ਪ੍ਰਮਾਤਮਾ ਦਾ ਨਾਮ ਐਸਾ ਹੈ ਜੋ ਸਾਰੇ ਮੈਲ ਧੋ ਦਿੰਦਾ ਹੈ, ਪਰ ਜੇ ਹਿਰਦੇ ਵਿੱਚ ਜੋ ਤੱਕ ਸਾਡਾ ਹਿਰਦਾ ਸਾਫ਼ ਨਹੀਂ ਹੋਵੇਗਾ, ਕਿਉਂਕਿ ਵਸਤੂ ਅੰਦਰ ਭਾਂਡੇ ਅੰਦਰ ਵਸਤੂ ਤਾਂ ਹੀ ਸਮਾ ਸਕਦੀ ਹੈ ਜੇ ਉਸ ਵੇ ਉਹ ਭਾਂਡਾ ਸਾਫ਼ ਹੋਵੇ। ਵਸਤੂ ਅੰਦਰ ਵਸਤ ਸਮਾਵੇ, ਦੂਜੀ ਹੋਵੇ ਪਾਸ। ਗੁਰੂ ਸਾਹਿਬ ਸਮਝਾਉਂਦੇ ਹਨ ਕਿ ਜੋ ਤੱਕ ਭਾਂਡਾ ਮੁੱਧਾ ਹੈ, ਅਸੀਂ ਜਿੰਨਾ ਕਿਸੇ ਨੂੰ ਸਮਝਾਈ ਜਾਈਏ, ਜੇ ਉਹ ਸਮਝਣਾ ਨਹੀਂ ਚਾਹੁੰਦਾ ਤਾਂ ਉਹ ਨਹੀਂ ਸਮਝ ਪਾਏਗਾ। ਤੇ ਜਦੋਂ ਉਹ ਸਮਝਣ ਲਈ ਤਿਆਰ ਵੀ ਹੋ ਜਾਵੇ, ਪਰ ਉਸ ਦੇ ਅੰਦਰ ਜਿਹੜੀ ਪਹਿਲਾਂ ਵਾਲੀ ਅਕਲ, ਜੋ ਉਸ ਦੀ ਮੱਤ ਵਸੀ ਹੋਈ ਹੈ, ਜਿੰਨੇ ਸਮੇਂ ਤੱਕ ਉਹ ਆਪਣੀ ਮੱਤ ਨਹੀਂ ਤਿਆਗੇਗਾ ਉਦੋਂ ਤੱਕ ਵੀ ਉਹ ਗੁਰੂ ਦੀ ਗੱਲ ਨੂੰ ਸਮਝ ਨਹੀਂ ਪਾਏਗਾ, ਮੰਨ ਨਹੀਂ ਪਾਵੇਗਾ। ਅਸੀਂ ਵੀ ਇਸੇ ਦਰ ਤੇ ਬੈਠੇ ਹਾਂ, ਅਸੀਂ ਆਪਣਾ ਭਾਂਡਾ ਤਾਂ ਸਿੱਧਾ ਕਰ ਲਿਆ ਹੈ, ਪਰ ਸਾਡੇ ਅੰਦਰ ਕੁਝ ਜੋ ਪਹਿਲਾਂ ਤੋਂ ਸਾਡੇ ਅੰਦਰ ਮਨ ਵਿੱਚ ਗੱਲਾਂ ਵਸੀਆਂ ਹੋਈਆਂ ਹਨ, ਜਿੰਨਾ ਸਮੇਂ ਤੱਕ ਅਸੀਂ ਉਸ ਨੂੰ ਬਾਹਰ ਕੱਢ ਕੇ ਉਸ ਪ੍ਰਮਾਤਮਾ ਦਾ ਨਾਮ ਨੂੰ ਨਹੀਂ ਵਸਾਉਂਦੇ, ਕਿਉਂਕਿ ਅਸੀਂ ਪੜ੍ਹਿਆ ਹੈ ਕਿ ਅਵਰ ਕਾਜ ਤੇਰਾ ਕਿਤਨਾ ਕਾਮ। ਸਾਨੂੰ ਇਹ ਗੱਲ ਬਾਣੀ ਵਿੱਚ ਹੁਣ ਗੁਰੂ ਪਾਤਸ਼ਾਹ ਨੇ ਸਮਝਾ ਦਿੱਤੀ ਹੈ ਕਿ ਸੰਸਾਰ ਵਿੱਚ ਹੋਰ ਵੀ ਜਿੰਨੇ ਕਾਜ ਹਨ ਤੇਰੇ ਕਿਸੇ ਕੰਮ ਨਹੀਂ ਆਉਣੇ,
ਪਰ ਫਿਰ ਵੀ ਸਾਡਾ ਮਨ ਐਸਾ ਕਰਦਾ ਹੈ ਕਿ ਜਦੋਂ ਸਾਡਾ ਨਿਤਨੇਮ ਦਾ ਸਮਾਂ ਹੁੰਦਾ, ਬਾਣੀ ਪੜ੍ਹਨ ਦਾ ਸਮਾਂ ਹੁੰਦਾ ਹੈ, ਸਾਨੂੰ ਕੋਈ ਨਾ ਕੋਈ ਕੰਮ ਆ ਜਾਂਦਾ ਹੈ ਤੇ ਸਾਡਾ ਉਹ ਨਿਤਨੇਮ ਛੁੱਟ ਜਾਂਦਾ ਹੈ। ਕਈ ਵਾਰ ਸਾਡਾ ਮਨ ਕਰਦਾ ਹੈ ਕਿ ਗੁਰੂ ਘਰ ਵਿੱਚ ਜਾਈਏ, ਪਰ ਮਨ ਸਮਾਂ ਐਸਾ ਬਣਦਾ ਹੈ ਕਿ ਉਹ ਸਮਾਂ ਨਿਕਲ ਜਾਂਦਾ ਹੈ, ਕਿ ਉਹ ਬੰਦਾ ਕਿਸੇ ਹੋਰ ਕੰਮ ਵਿੱਚ ਲੱਗ ਜਾਂਦਾ ਹੈ। ਤੇ ਫਿਰ ਗੁਰੂ ਪਾਤਸ਼ਾਹ ਨੇ ਦੋਧੀ ਨੂੰ ਕਿਹਾ ਕਿ ਜਿੰਨਾ ਤੂੰ ਹੌਲੀ ਹੌਲੀ ਸੰਗਤ ਵਿੱਚ ਜਦ ਆਉਂਦਾ ਰਹੇਗਾ, ਤੇਰਾ ਮਨ ਹਿਰਦਾ ਸਾਫ਼ ਹੋ ਜਾਵੇਗਾ। ਪਰ ਜੇ ਤੂੰ ਹੋਰ ਸੰਗਤ ਵਿੱਚ ਜਾਣ ਲੱਗ ਗਿਆ ਤਾਂ ਤੇਰੇ ਮਨ ਵਿੱਚ ਫਿਰ ਉਹੀ ਜੋ ਸੰਸਾਰਕ ਵਸਤਾਂ ਦਾ ਮੋਹ ਹੈ ਉਹ ਪੈ ਜਾਵੇਗਾ, ਤਾਂ ਉਹ ਨਾਮ ਨਾਲ ਤੂੰ ਨਹੀਂ ਜੁੜ ਪਾਵੇਂਗਾ। ਕਿਉਂਕਿ ਜਿੰਨੇ ਵੀ ਭਗਤ ਸਾਹਿਬਾਨ ਹੋਏ ਹਨ, ਸਾਰਿਆਂ ਨੇ ਗ੍ਰਸਤੀ ਜੀਵਨ ਬਤੀਤ ਕੀਤਾ ਹੈ, ਸਾਰਿਆਂ ਨੇ ਕੰਮਕਾਰ ਵੀ ਕੀਤਾ ਹੈ, ਪਰ ਉਹਨਾਂ ਨੇ ਹਿਰਦੇ ਵਿੱਚ ਕੇਵਲ ਉਸ ਪ੍ਰਮਾਤਮਾ ਦਾ ਨਾਮ ਹੀ ਵਸਾ ਕੇ ਰੱਖਿਆ। ਕਿਉਂਕਿ ਸੰਸਾਰ ਵਿੱਚ ਹਰ ਇੱਕ ਰਿਸ਼ਤਾ ਜੋ ਹੈ ਉਹ ਪਿਆਰ, ਮੋਹ, ਜਾਂ ਕਹਿ ਦਈਏ ਕਿ ਹਰ ਇੱਕ ਦੇ ਅੰਦਰ ਕੋਈ ਭਾਵਨਾ ਹੁੰਦੀ ਹੈ ਕਿ ਜੇ ਮੈਂ ਆਹ ਕੰਮ ਕਰੂੰਗਾ ਤਾਂ ਮੈਨੂੰ ਉਸ ਦੇ ਬਦਲੇ ਆਹ ਚੀਜ਼ ਮਿਲੂਗੀ। ਮਾਂ-ਬਾਪ ਆਪਣੇ ਪੁੱਤਰ ਨੂੰ ਪਾਲਦੇ ਹਨ ਕਿ ਉਹਨਾਂ ਨੂੰ ਪਤਾ ਹੈ ਕਿ ਵੱਡਾ ਹੋ ਕੇ ਸਾਡਾ ਪੁੱਤਰ ਸਾਨੂੰ ਸੰਭਾਲੇਗਾ, ਪਰ ਉਹ ਇਹ ਭੁੱਲ ਜਾਂਦੇ ਹਨ ਕਿ ਉਹਨਾਂ ਵਿੱਚ ਤੇ ਉਸ ਪੁੱਤਰ ਵਿੱਚ ਵੀ ਬੈਠਾ ਜੋ ਹੈ ਉਹ ਇੱਕ ਮਾਲਕ ਆਪ ਹੀ ਹੈ, ਜੋ ਸਭ ਨੂੰ ਪਾਲ ਰਿਹਾ ਹੈ। ਅਸੀਂ ਆਪਣੇ ਪੁੱਤਰਾਂ ਤੇ ਆਸ ਲਗਾ ਰਹਿੰਦੇ ਹਾਂ, ਪਰ ਅਸੀਂ ਆਪਣੇ ਮਾਲਕ ਜਿਸ ਨੇ ਸਾਨੂੰ ਪੈਦਾ ਕੀਤਾ ਹੈ, ਅਸੀਂ ਉਸ ਵੱਲ ਧਿਆਨ ਨਹੀਂ ਦਿੰਦੇ, ਉਸ ਨੂੰ ਨਹੀਂ ਸਿਮਰਦੇ। ਕਿ ਜਦੋਂ ਅਸੀਂ ਪ੍ਰੀਤ ਮਨੁੱਖਾਂ ਨਾਲ ਲਾ ਲੈਂਦੇ ਹਾਂ, ਕਿਉਂਕਿ ਭੁੱਲ ਜਾਂਦੇ ਹਾਂ ਕਿ ਇਨਸਾਨ ਨੇ ਇੱਕ ਦਿਨ ਖਤਮ ਹੋ ਜਾਣਾ ਹੈ। ਅੱਜ ਅਸੀਂ ਇੱਥੇ ਬੈਠੇ ਹਾਂ, ਕੱਲ ਨੂੰ ਹੋਈਏ ਜਾਂ ਨਾ ਹੋਈਏ ਕੋਈ ਪਤਾ ਨਹੀਂ। ਜਦ ਇਹ ਗੱਲ ਦੋਧੀ ਨੂੰ ਸਮਝ ਆ ਗਈ ਤਾਂ ਉਹ ਹਰ ਰੋਜ਼ ਗੁਰੂ ਘਰ ਆਉਣ ਲੱਗ ਗਿਆ, ਸੇਵਾ ਕਰਨ ਲੱਗ ਗਿਆ, ਤਾਂ ਉਸ ਦਾ ਮਨ ਨਿਰਮਲ ਹੋ ਗਿਆ। ਤਾਂ ਇੱਕ ਦਿਨ ਐਸਾ ਬਣਿਆ ਕਿ ਉਹ ਹੁਣ ਬਾਣੀ ਜੋ ਵੀ ਸੰਗਤ ਵਿੱਚ ਸੁਣਦਾ ਸੀ, ਬਾਣੀ ਸੁਣਦਾ ਸੀ, ਪੜ੍ਹਦਾ ਸੀ, ਉਹ ਹਰ ਸਮੇਂ ਹੀ ਉਸ ਨੂੰ ਯਾਦ ਰਹਿਣ ਲੱਗ ਪਈ। ਭਾਵ ਜੋ ਵੀ ਉਹ ਕਾਰਜ ਕਰਦਾ, ਉਹ ਹਰ ਕਾਰਜ ਕਰਦਾ ਹੋਇਆ ਉਸ ਮਾਲਕ ਦਾ ਨਾਮ ਜਪਦਾ ਰਹਿੰਦਾ। ਤੇ ਸਮਾਂ ਬਣਿਆ ਕਿ ਉਹ ਆਪਣੇ ਗੁਰੂ ਦੇ ਚਰਨਾਂ 'ਚ ਭੇਦ ਹੋ ਗਿਆ, ਕਿ ਗੁਰੂ ਸਾਹਿਬ ਆਖਦੇ ਹਨ ਕਿ ਸਾਚੀ ਪ੍ਰੀਤ ਹਮ ਤੁਮ ਸਿਓ ਜੋਰੀ, ਤੁਮ ਸਿਓ ਜੋਰ ਅਵਰ ਸੰਗ ਤੋਰੀ। ਕਿ ਜਦੋਂ ਜੋਧੀ ਨੇ ਆਪਣਾ ਮਨ ਪੂਰੀ ਤਰ੍ਹਾਂ ਭਗਤ ਰਵਿਦਾਸ ਜੀ ਚਰਨਾਂ 'ਚ ਅਰਪਣ ਕਰ ਦਿੱਤਾ, ਇੱਕ ਭਗਤ ਤੇ ਗੁਰੂ ਦੀ ਪ੍ਰੀਤ ਐਸੀ ਹੁੰਦੀ ਹੈ ਕਿ ਮਾਂ-ਬਾਪ ਦਾ ਰਿਸ਼ਤਾ ਵੀ, ਜਿਸ ਤਰ੍ਹਾਂ ਬੱਚਾ ਛੋਟਾ ਹੁੰਦਾ ਹੈ ਤਾਂ ਮਾਂ ਆਪਣੇ ਪੁੱਤਰ ਤੋਂ ਆਪਾ ਵਾਰ ਦਿੰਦੀ ਹੈ, ਤੇ ਉਹ ਆਪਣੇ ਪੁੱਤਰ ਨੂੰ ਬਚਾਉਣ ਲਈ ਵੀ ਕੁਝ ਵੀ ਕਰ ਜਾਂਦੀ ਹੈ। ਤੇ ਉਸੇ ਤਰ੍ਹਾਂ ਭਗਤ ਦੀ ਪ੍ਰੀਤ ਵੀ ਐਸੀ ਗੁਰੂ ਨਾਲ ਪੈ ਜਾਂਦੀ ਹੈ ਕਿ ਉਹ ਆਪਣੇ ਗੁਰੂ ਤੋਂ ਬਗੈਰ ਰਹਿ ਨਹੀਂ ਪਾਉਂਦਾ। ਉਸ ਦਾ ਹਿਰਦਾ ਸਦਾ ਹੀ ਉਹ ਆਪਣੇ ਗੁਰੂ ਦੇ ਚਰਨਾਂ ਵਿੱਚ ਜੁੜਿਆ ਰਹਿੰਦਾ ਹੈ, ਤੇ ਉਸ ਦਾ ਮਨ ਨਿਰਮਲ ਹੋ ਗਿਆ ਤੇ ਉਹ ਨਾਮ ਵਿੱਚ ਲੀਨ ਹੋ ਗਿਆ। ਤੇ ਉਸ ਨੂੰ ਇਹ ਗੱਲ ਦੀ ਹੁਣ ਸਮਝ ਲੱਗ ਗਈ ਕਿ ਜਿਸ ਕਾਰਜ ਲਈ ਉਹ ਸੰਸਾਰ ਵਿੱਚ ਆਇਆ ਸੀ, ਉਸ ਮਾਲਕ ਨੇ ਉਸ ਕਾਰਜ ਵਿੱਚ ਉਸ ਨੂੰ ਹੁਣ ਜੋੜ ਲਿਆ ਹੈ। ਤੇ ਉੱਥੇ ਉਸਨੇ ਸ਼ਬਦ ਗੁਰੂ ਪਾਤਸ਼ਾਹ ਨੇ ਉਚਾਰਨ ਕੀਤਾ ਕਿ ਹਮ ਸਰ ਦੀਨ ਦਇਆਲ ਨ ਤੁਮ ਸਰ, ਆਓ ਪਤਿਆਰ ਕਿਆ ਕੀਜੈ। ਕਿ ਮੇਰੇ ਵਰਗਾ ਮੰਗਤਾ ਭਿਖਾਰੀ ਸੰਸਾਰ ਵਿੱਚ ਕੋਈ ਨਹੀਂ ਹੈ, ਕਿ ਤੇਰੇ ਵਰਗਾ ਦਾਤਾਰ, ਸ਼ਾਹਾਂ ਦਾ ਸ਼ਾਹ, ਐਸਾ ਸ਼ਾਹ ਜੋ ਸੰਸਾਰ ਦੀ ਹਰ ਵਸਤੂ ਝੋਲੀ ਵਿੱਚ ਪਾ ਦਿੰਦਾ ਹੈ। ਤੇਰੇ ਵਰਗਾ ਐਸਾ ਕੋਈ ਮਾਲਕ ਹੋਰ ਸੰਸਾਰ ਤੇ ਨਹੀਂ ਹੈ ਜਿਸ ਨੂੰ ਮੈਂ ਜਾ ਕੇ ਮੰਨਾਂ, ਜਿਸ ਨੂੰ ਜਾ ਕੇ ਮੈਂ ਜਿੱਤੇ ਚਰਨੀ ਪੈ ਸਕਾਂ। ਕੇਵਲ ਉਹ ਪ੍ਰਮਾਤਮਾ ਇੱਕ ਹੀ ਹੈ ਜਿਸ ਦੇ ਅੱਗੇ ਮੈਂ ਵਸਤੂਆਂ ਮੰਗਦਾ ਹਾਂ। ਤੇ ਗੁਰੂ ਪਾਤਸ਼ਾਹ ਨੇ ਇਹ ਸਮਝਾਉਣਾ ਕੀਤਾ ਕਿ ਕੇਵਲ ਅਸੀਂ ਹੋਰ ਵਸਤੂਆਂ ਮੰਗਣ ਦੀ ਥਾਂ ਉਸ ਪ੍ਰਮਾਤਮਾ ਦਾ ਨਾਮ ਮੰਗ ਲਈਏ ਤਾਂ ਸਾਡੇ ਹਿਰਦੇ ਵਿੱਚ ਸਹਿਜ ਆ ਜਾਵੇਗਾ। ਐਸਾ ਸਹਿਜ ਆ ਜਾਵੇਗਾ
ਕਿ ਚਾਹੇ ਉਹ ਮਾਛੀਵਾੜੇ ਦੇ ਜੰਗਲਾਂ ਵਿੱਚ ਹੋਵੇ, ਤਾਂ ਜੋ ਚਾਹੇ ਉਹ ਰਾਜ ਮਹਿਲਾਂ ਵਿੱਚ ਹੋਵੇ, ਉਸ ਦਾ ਹਿਰਦਾ ਇੱਕ ਸਮਾਨ ਹੁੰਦਾ ਹੈ। ਚਾਹੇ ਉਸ ਦੇ ਚਾਰੇ ਪੁੱਤਰ ਵਾਰੇ ਜਾਣ, ਚਾਹੇ ਉਹ ਹੱਸਦਾ ਖੇਡਦਾ ਪਰਿਵਾਰ ਵਿੱਚ ਰਹੇ, ਉਸ ਦਾ ਹਿਰਦਾ ਇੱਕ ਸਮਾਨ ਹੁੰਦਾ ਹੈ। ਅਸੀਂ ਵੀ ਮਾਲਕ ਅੱਗੇ ਬੇਨਤੀ ਕਰੀਏ ਕਿ ਜਿੱਥੇ ਸਾਨੂੰ ਘਰ ਪਰਿਵਾਰ ਬਖਸ਼ਿਆ ਹੈ, ਉੱਥੇ ਸਾਡੇ ਅੰਦਰ ਨਾਮ ਦੀ ਦਾਤ ਵੀ ਪ੍ਰਮਾਤਮਾ ਬਖਸ਼ੇ। ਜਿਸ ਕਾਰਜ ਲਈ ਅਸੀਂ ਸੰਸਾਰ ਵਿੱਚ ਆਏ ਹਾਂ, ਉਹ ਕਾਰਜ ਮਾਲਕ ਪੂਰਾ ਕਰ ਦੇਵੇ। ਸਾਨੂੰ ਵੀ ਐਸੀ ਸੰਗਤ ਮਿਲ ਜਾਵੇ ਜਿਸ ਨਾਲ ਅਸੀਂ ਇਸ ਪ੍ਰਮਾਤਮਾ ਨਾਲ ਜੁੜ ਸਕੀਏ, ਕਿਉਂਕਿ ਹੋਰ ਦਾਤਾਰ, ਹੋਰ ਸੰਸਾਰ ਵਿੱਚ ਵਸਤਾਂ ਬਹੁਤ ਹਨ, ਦਾਤਾਂ ਹਨ, ਜੋ ਅਸੀਂ ਜਿੰਨੀਆਂ ਮਰਜ਼ੀ ਮੰਗੀ ਜਾਈਏ, ਸਾਡਾ ਮਨ ਕਦੇ ਨਹੀਂ ਭਰਦਾ। ਕੇਵਲ ਪਰਮਾਤਮਾ ਦਾ ਨਾਮ ਹੀ ਹੈ ਜਿਸ ਨੂੰ ਪ੍ਰਾਪਤ ਕਰਕੇ ਇਨਸਾਨ ਸਭ ਵਸਤਾਂ ਤੋਂ ਬੇਮੁਖ ਹੋ ਜਾਂਦਾ ਹੈ ਤੇ ਉਹ ਕੇਵਲ ਉਸ ਨਾਮ ਵਿੱਚ ਹੀ ਸੁੱਖ ਮੰਗਦਾ ਹੈ। ਸੋ ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ ਜੀ। ਹੋਈਆਂ ਭੁੱਲਾਂ ਚੁੱਕਾਂ ਦੀ ਬੁਲਾਣਾ ਫਤਿਹ ਜੀ। ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।